ਦੋਸਤੋ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਕਿਰਪਾ ਕਰਕੇ ਆਪ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਨੂੰ ਵੀ ਦਬਾ ਦਿਓ ਤਾਂ ਕਿ ਮੇਰੇ ਨਵੇਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ। ਅਤੇ ਜੇ ਵੀਡੀਓ ਚੰਗੀ ਲੱਗੇ ਤਾਂ ਕਿਰਪਾ ਕਰਕੇ ਲਾਈਕ, ਕਮੈਂਟ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਜ਼ਰੂਰ ਕਰੋ। ਹੁਣ ਦੇਰ ਨਾ ਕਰਦੇ ਹੋਏ ਅੱਜ ਦੀ ਸਾਖੀ ਸ਼ੁਰੂ ਕਰਦੇ ਹਾਂ। ਸਾਧ ਸੰਗਤ ਜੀ, ਅਸੀਂ ਲੋਕਾਂ ਦੇ ਅੰਦਰ ਅਕਸਰ ਇਹ ਸਵਾਲ ਉੱਠਦਾ ਰਹਿੰਦਾ ਹੈ ਕਿ ਪਾਪੀ ਲੋਕਾਂ ਨੂੰ ਪਾਪ ਕਰਦੇ ਦੇਖ ਕੇ ਭਗਵਾਨ ਚੁੱਪ ਕਿਉਂ ਰਹਿੰਦੇ ਹਨ। ਅਸੀਂ ਲੋਕਾਂ ਨੂੰ ਅਕਸਰ ਇਹ ਕਹਿੰਦੇ ਹੋਏ ਵੀ ਸੁਣਿਆ ਹੈ ਕਿ ਇਹ ਆਦਮੀ ਬੜਾ ਚੰਗਾ ਸੀ, ਪਰ ਭਗਵਾਨ ਨੇ ਇਸ ਨਾਲ ਬਹੁਤ ਬੁਰਾ ਕੀਤਾ। ਅਤੇ ਕਈ ਜਗ੍ਹਾ ਅਸੀਂ ਇਹ ਵੀ ਸੁਣਿਆ ਹੈ ਕਿ ਉਹ ਆਦਮੀ ਬੜਾ ਦੁਸ਼ਟ ਅਤੇ ਖਰਾਬ ਪ੍ਰਕਿਰਤੀ ਵਾਲਾ ਸੀ। ਉਹ ਹਮੇਸ਼ਾ ਲੋਕਾਂ ਨਾਲ ਬੁਰਾ ਵਿਵਹਾਰ ਕਰਦਾ ਰਹਿੰਦਾ ਸੀ। ਭਗਵਾਨ ਕਦੇ ਉਸ ਨੂੰ ਸਜ਼ਾ ਕਿਉਂ ਨਹੀਂ ਦਿੰਦੇ? ਉਸ ਦੀ ਧਨ ਦੌਲਤ ਤਾਂ ਦਿਨ ਰਾਤ ਵੱਧ ਰਹੀ ਹੈ। ਕੀ ਭਗਵਾਨ ਨੂੰ ਇਹ ਸਭ ਕੁਝ ਦਿਖਾਈ ਨਹੀਂ ਦਿੰਦਾ? ਭਗਵਾਨ ਆਪਣੀਆਂ ਅੱਖਾਂ ਦੇ ਸਾਹਮਣੇ ਪਾਪ ਹੁੰਦੇ ਕਿਵੇਂ ਦੇਖਦੇ ਰਹਿੰਦੇ ਹਨ? ਇਸ ਤਰ੍ਹਾਂ ਤਾਂ ਲੋਕਾਂ ਦਾ ਭਗਵਾਨ 'ਤੇ ਵਿਸ਼ਵਾਸ ਉੱਠ ਜਾਵੇਗਾ। ਸਾਧ ਸੰਗਤ ਜੀ, ਅੱਜ ਦੀ ਸਾਖੀ ਤੁਹਾਨੂੰ ਇਸ ਸੱਚਾਈ ਦਾ ਜਵਾਬ ਦੇਵੇਗੀ ਕਿ ਭਗਵਾਨ ਪਾਪ ਹੋਣ ਦੇ ਸਮੇਂ ਕਿਉਂ ਦੇਖਦੇ ਰਹਿੰਦੇ ਹਨ। ਕਿਰਪਾ ਕਰਕੇ ਇਸ ਸਾਖੀ ਨੂੰ ਆਖਰ ਤੱਕ ਜ਼ਰੂਰ ਸੁਣੋ। ਸਾਧ ਸੰਗਤ ਜੀ, ਇੱਕ ਪਿੰਡ ਵਿੱਚ ਭਗਵਾਨ ਵਿਸ਼ਨੂੰ ਦਾ ਬਹੁਤ ਵੱਡਾ ਮੰਦਰ ਬਣਿਆ ਹੋਇਆ ਸੀ। ਉਸ ਮੰਦਰ ਦੀ ਦੇਖਭਾਲ ਪਿੰਡ ਦਾ ਇੱਕ ਆਦਮੀ ਕਰਦਾ ਸੀ। ਉਹ ਸਵੇਰੇ ਸਵੇਰੇ ਮੰਦਰ ਦੀ ਸਫਾਈ ਕਰਦਾ ਸੀ ਅਤੇ ਦੋਨੋਂ ਸਮਾਂ ਨਹਾ ਧੋਆ ਕੇ ਭਗਵਾਨ ਦੀ ਪੂਜਾ ਅਰਚਨਾ ਕਰਦਾ ਸੀ। ਉਹ ਆਦਮੀ ਬਹੁਤ ਗਰੀਬ ਅਤੇ ਦੁਖੀ ਸੀ। ਮੰਦਰ ਵਿੱਚੋਂ ਜੋ ਵੀ ਦਖਨਾ ਆਉਂਦੀ, ਉਹ ਉਸ ਦੇ ਪਰਿਵਾਰ ਦਾ ਗੁਜ਼ਾਰਾ ਉਸ ਨਾਲ ਹੀ ਚੱਲਦਾ ਸੀ। ਉਸ ਨੂੰ ਕੋਈ ਪਰੇਸ਼ਾਨੀ ਆਉਂਦੀ ਤਾਂ ਉਹ ਭਗਵਾਨ ਦੀ ਮੂਰਤੀ ਦੇ ਸਾਹਮਣੇ ਜਾ ਕੇ ਉਸ ਨੂੰ ਸ਼ਿਕਾਇਤ ਕਰਦਾ ਸੀ। ਇੱਕ ਵਾਰ ਦੀ ਗੱਲ ਹੈ, ਉਹ ਭਗਵਾਨ ਦੀ ਮੂਰਤੀ ਦੇ ਸਾਹਮਣੇ ਖੜੇ ਹੋ ਕੇ ਆਪਣੀਆਂ ਸ਼ਿਕਾਇਤਾਂ ਭਗਵਾਨ ਨਾਲ ਕਰ ਰਿਹਾ ਸੀ। ਉਸਨੇ ਕਿਹਾ, ਹੇ ਭਗਵਾਨ, ਤੁਹਾਡੀ ਜ਼ਿੰਦਗੀ ਕਿੰਨੀ ਆਰਾਮਦਾਇਕ ਹੈ। ਤੁਸੀਂ ਤਾਂ ਬਸ ਮੰਦਰ ਵਿੱਚ ਇੱਕ ਜਗ੍ਹਾ ਖੜੇ ਰਹਿੰਦੇ ਹੋ ਅਤੇ ਲੋਕਾਂ ਦੀ ਪ੍ਰਾਰਥਨਾਵਾਂ ਸੁਣਦੇ ਰਹਿੰਦੇ ਹੋ। ਸਾਰਾ ਦਿਨ ਤੁਹਾਨੂੰ ਕੋਈ ਨਾ ਕੋਈ ਪ੍ਰਸਾਦ ਦਾ ਭੋਗ ਲਗਾ ਜਾਂਦਾ ਹੈ। ਤੁਹਾਨੂੰ ਖਾਣ ਦੇ ਲਈ ਕਿਧਰੇ ਵੀ ਨਹੀਂ ਜਾਣਾ ਪੈਂਦਾ। ਤੁਹਾਡੀ ਜ਼ਿੰਦਗੀ ਕਿੰਨੀ ਆਸਾਨ ਹੈ। ਪਰ ਭਗਵਾਨ, ਮੇਰੀ ਜ਼ਿੰਦਗੀ ਕਿੰਨੀ ਮੁਸ਼ਕਿਲ ਹੈ। ਛੋਟੀ ਜਿਹੀ ਜ਼ਿੰਦਗੀ ਹੈ, ਪਰ ਉਸ ਵਿੱਚ ਹਜ਼ਾਰਾਂ ਤਰ੍ਹਾਂ ਦੀਆਂ ਪਰੇਸ਼ਾਨੀਆਂ ਹਨ। ਦਿਨ ਭਰ ਮੈਂ ਕੜੀ ਮਿਹਨਤ ਕਰਦਾ ਹਾਂ, ਤਦ ਕਿਧਰੇ ਜਾ ਕੇ 2 ਵਕਤ ਦਾ ਖਾਣਾ ਆਪਣੇ ਪਰਿਵਾਰ ਦੇ ਲਈ ਜੁਟਾ ਪਾਉਂਦਾ ਹਾਂ। ਪਾਪੀ ਅਤੇ ਪਖੰਡੀ ਲੋਕਾਂ ਨੂੰ ਦੇਖੋ, ਦਿਨ ਰਾਤ ਬੁਰੇ ਕਰਮ ਕਰਦੇ ਹਨ, ਫਿਰ ਵੀ ਮੌਜਾਂ ਹੀ ਮਾਣਦੇ ਹਨ। ਹੇ ਭਗਵਾਨ, ਜੇ ਮੇਰੀ ਜ਼ਿੰਦਗੀ ਵੀ ਤੁਹਾਡੇ ਵਰਗੀ ਹੁੰਦੀ ਤਾਂ ਮੇਰਾ ਜੀਵਨ ਵੀ ਕਿੰਨਾ ਖੁਸ਼ਹਾਲ ਹੁੰਦਾ। ਆਪਣੇ ਸੇਵਕ ਦੇ ਮੁਖੋਂ ਵਿੱਚੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਭਗਵਾਨ ਤੋਂ ਰਿਹਾ ਨਾ ਗਿਆ ਅਤੇ ਉਹ ਮੂਰਤੀ ਦੇ ਵਿੱਚੋਂ ਪ੍ਰਗਟ ਹੋ ਗਏ। ਉਹਨਾਂ ਨੇ ਕਿਹਾ, ਹੇ ਪੁੱਤਰ, ਤੁਸੀਂ ਬਿਲਕੁਲ ਗਲਤ ਸੋਚ ਰਹੇ ਹੋ। ਤੁਸੀਂ ਜਿਵੇਂ ਸੋਚ ਰਹੇ ਹੋ ਉਸ ਤਰ੍ਹਾਂ ਬਿਲਕੁਲ ਵੀ ਨਹੀਂ ਹੈ। ਦੂਰੋਂ ਦੇਖਣ ਤੋਂ ਤਾਂ ਸਾਰਿਆਂ ਨੂੰ ਆਪਣੇ ਜੀਵਨ ਤੋਂ ਵੱਧ ਦੂਜੇ ਦੀ ਜ਼ਿੰਦਗੀ ਚੰਗੀ ਲੱਗਦੀ ਹੈ, ਪਰ ਜਦੋਂ ਸਾਨੂੰ ਉਸ ਦੀ ਅਸਲੀ ਜ਼ਿੰਦਗੀ ਦਾ ਪਤਾ ਲੱਗਦਾ ਹੈ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਸਾਡੇ ਨਾਲੋਂ ਬੁਰੀ ਜ਼ਿੰਦਗੀ ਜੀ ਰਿਹਾ ਹੈ। ਤੁਸੀਂ ਮੇਰੀ ਜ਼ਿੰਦਗੀ ਨੂੰ ਆਸਾਨ ਨਾ ਸਮਝੋ। ਮੇਰੀ ਜ਼ਿੰਦਗੀ ਇੰਨੀ ਆਸਾਨ ਨਹੀਂ ਹੈ ਜਿੰਨੀ ਤੁਸੀਂ ਸਮਝ ਰਹੇ ਹੋ। ਮੈਨੂੰ ਵੀ ਬਹੁਤ ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਨੇ, ਬਹੁਤ ਤਰ੍ਹਾਂ ਦੀਆਂ ਵਿਵਸਥਾਵਾਂ ਬਣਾਉਣੀਆਂ ਪੈਂਦੀਆਂ ਨੇ, ਬਹੁਤ ਸਾਰੀਆਂ ਚਿੰਤਾਵਾਂ ਲੱਗੀਆਂ ਰਹਿੰਦੀਆਂ ਨੇ। ਚੰਗੇ ਦੇ ਨਾਲ ਚੰਗਾ ਕਿਵੇਂ ਹੋਵੇ ਅਤੇ ਬੁਰੇ ਦੇ ਨਾਲ ਬੁਰਾ ਕਿਵੇਂ ਹੋਵੇ, ਇਹ ਸਭ ਕੁਝ ਸੋਚਣਾ ਪੈਂਦਾ ਹੈ।
ਕੋਈ ਕਿਸੇ ਕਮਜ਼ੋਰ ਨੂੰ ਸਤਾਉਂਦਾ ਹੈ ਤਾਂ ਉਸ ਦੀ ਰੱਖਿਆ ਕਰਨੀ ਪੈਂਦੀ ਹੈ। ਜਦੋਂ ਤੁਸੀਂ ਮੇਰੀ ਜ਼ਿੰਮੇਵਾਰੀਆਂ ਨੂੰ ਸਮਝੋਗੇ ਤਾਂ ਉਸ ਦਿਨ ਤੁਹਾਨੂੰ ਮੇਰੀ ਮਿਹਨਤ ਦੇ ਬਾਰੇ ਵੀ ਪਤਾ ਲੱਗ ਜਾਵੇਗਾ। ਇੰਨਾ ਆਸਾਨ ਨਹੀਂ ਹੈ ਜਿਸ ਤਰੀਕੇ ਮਨੁੱਖ ਬਣ ਕੇ ਇੱਕ ਇਨਸਾਨ ਆਪਣੀ ਸੰਤਾਨ ਦੇ ਪ੍ਰਤੀ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਹੈ, ਬੁਰੇ ਤੇ ਭਲੇ ਦਾ ਖਿਆਲ ਰੱਖਦਾ ਹੈ, ਐਸੇ ਤਰੀਕੇ ਮੈਨੂੰ ਵੀ ਤੁਹਾਡਾ ਸਾਰਿਆਂ ਦਾ ਖਿਆਲ ਰੱਖਣਾ ਪੈਂਦਾ ਹੈ। ਇੰਨੀਆਂ ਸਾਰੀਆਂ ਪਾਬੰਦੀਆਂ ਨੂੰ ਇੱਕਦਮ ਨਿਭਾਉਣਾ ਪੈਂਦਾ ਹੈ। ਇਸ ਨੂੰ ਨਿਭਾਉਣਾ ਕੋਈ ਆਸਾਨ ਕੰਮ ਨਹੀਂ ਹੈ। ਭਗਵਾਨ ਦੀ ਗੱਲ ਸੁਣ ਕੇ ਭਗਤ ਨੇ ਕਿਹਾ, ਤੁਸੀਂ ਮੈਨੂੰ ਇੱਕ ਦਿਨ ਦੇ ਲਈ ਆਪਣੀ ਜ਼ਿੰਦਗੀ ਜੀ ਲੈਣ ਦਿਓ। ਉਸ ਤੋਂ ਬਾਅਦ ਤੁਸੀਂ ਜਿਵੇਂ ਕਹੋਗੇ ਮੈਂ ਉਂਝ ਹੀ ਕਰਾਂਗਾ। ਭਗਵਾਨ ਨੇ ਉਸ ਨੂੰ ਬਹੁਤ ਸਮਝਾਇਆ ਪਰ ਉਸ ਨੇ ਨਹੀਂ ਮੰਨਿਆ। ਭਗਵਾਨ ਨੇ ਬਹੁਤ ਸੋਚਣ ਤੋਂ ਬਾਅਦ ਉਸ ਨੂੰ ਕਿਹਾ, ਠੀਕ ਹੈ, ਮੈਂ ਤੁਹਾਨੂੰ ਇੱਕ ਦਿਨ ਦੀ ਆਪਣੀ ਜ਼ਿੰਦਗੀ ਦੇਵਾਂਗਾ, ਪਰ ਮੇਰੀ ਜ਼ਿੰਦਗੀ ਜੀਣ ਦੇ ਲਈ ਤੁਹਾਨੂੰ ਕੁਝ ਸ਼ਰਤਾਂ ਦਾ ਪਾਲਨ ਕਰਨਾ ਪਵੇਗਾ। ਭਗਤ ਨੇ ਕਿਹਾ, ਮੈਂ ਤੁਹਾਡੀ ਸਾਰੀਆਂ ਸ਼ਰਤਾਂ ਮੰਨਣ ਦੇ ਲਈ ਤਿਆਰ ਹਾਂ। ਦੱਸੋ ਤੁਹਾਡੀਆਂ ਕਿਹੜੀਆਂ ਸ਼ਰਤਾਂ ਨਾਲ ਕੰਮ ਕਰਨਾ ਪਵੇਗਾ। ਤਾਂ ਭਗਵਾਨ ਨੇ ਕਿਹਾ, ਮੰਦਰ ਵਿੱਚ ਹਰ ਦਿਨ ਸੈਂਕੜਾ ਲੋਕ ਆਉਣਗੇ ਜਾਣਗੇ, ਜਿਨ੍ਹਾਂ ਵਿੱਚ ਚੰਗੇ ਲੋਕ ਵੀ ਹੋਣਗੇ ਅਤੇ ਬੁਰੇ ਲੋਕ ਵੀ ਹੋਣਗੇ, ਕਿਉਂਕਿ ਭਗਵਾਨ ਦੇ ਉੱਪਰ ਤਾਂ ਸਾਰਿਆਂ ਦਾ ਹੱਕ ਹੁੰਦਾ ਹੈ, ਪਰ ਫਲ ਮੈਂ ਉਹਨਾਂ ਦੇ ਕਰਮਾਂ ਦੇ ਅਨੁਸਾਰ ਹੀ ਦਿੰਦਾ ਹਾਂ। ਤਾਂ ਭਗਵਾਨ ਨੇ ਕਿਹਾ, ਜਦੋਂ ਤੂੰ ਭਗਵਾਨ ਬਣ ਕੇ ਮੇਰੀ ਜਗ੍ਹਾ ਖੜਾ ਹੋਵੇਗਾ ਤਾਂ ਤੁਹਾਨੂੰ ਚੰਗਾ ਕਹਿਣ ਵਾਲੇ ਲੋਕ ਵੀ ਆਉਣਗੇ ਅਤੇ ਬੁਰਾ ਕਹਿਣ ਵਾਲੇ ਵੀ ਆਉਣਗੇ, ਪਰ ਤੂੰ ਚੁੱਪਚਾਪ ਉਹਨਾਂ ਦੀਆਂ ਗੱਲਾਂ ਸਹਿਣ ਕਰਨੀਆਂ ਪਵੇਗਾ ਅਤੇ ਸਹਿਜਤਾ ਦੇ ਨਾਲ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਵੀ ਪਵੇਗਾ। ਉਹਨਾਂ ਦੇ ਚੰਗੇ ਅਤੇ ਬੁਰੇ ਕਰਮਾਂ ਨੂੰ ਦੇਖਣਾ ਹੈ। ਤੂੰ ਆਪਣੀ ਤਰਫ ਤੋਂ ਕੁਝ ਵੀ ਨਹੀਂ ਕਹਿਣਾ, ਚਾਹੇ ਕੁਝ ਵੀ ਹੋ ਜਾਵੇ। ਤਾਂ ਭਗਤ ਨੇ ਕਿਹਾ, ਭਗਵਾਨ, ਮੈਨੂੰ ਤੁਹਾਡੀ ਸਾਰੀਆਂ ਸ਼ਰਤਾਂ ਮਨਜ਼ੂਰ ਹਨ। ਸਾਧ ਸੰਗਤ ਜੀ, ਹੁਣ ਤਾਂ ਭਗਵਾਨ ਨੇ ਇੱਕ ਦਿਨ ਦੇ ਲਈ ਆਪਣੀ ਜ਼ਿੰਦਗੀ ਭਗਤ ਦੀ ਜ਼ਿੰਦਗੀ ਨਾਲ ਬਦਲ ਦਿੱਤੀ। ਹੁਣ ਭਗਤ ਭਗਵਾਨ ਬਣ ਕੇ ਮੂਰਤੀ ਦੀ ਜਗ੍ਹਾ ਖੜਾ ਹੋ ਗਿਆ ਅਤੇ ਭਗਵਾਨ ਮੰਦਰ ਵਿੱਚ ਸੇਵਕ ਦੀ ਤਰੀਕੇ ਦੇ ਨਾਲ ਕੰਮ ਕਰਨ ਲੱਗੇ। ਕੁਝ ਸਮਾਂ ਗੁਜ਼ਰਨ ਤੋਂ ਬਾਅਦ ਮੰਦਰ ਵਿੱਚ ਸ਼ਹਿਰ ਦੇ ਇੱਕ ਧਨੀ ਆਏ। ਸੇਠ ਨੇ ਭਗਵਾਨ ਦੇ ਸਾਹਮਣੇ ਪ੍ਰਾਰਥਨਾ ਸ਼ੁਰੂ ਕੀਤੀ ਕਿ ਹੇ ਭਗਵਾਨ, ਮੈਂ ਕਰੋੜਾਂ ਰੁਪਏ ਲਗਾਏ ਹਨ ਅਤੇ ਇੱਕ ਬਹੁਤ ਵੱਡੀ ਫੈਕਟਰੀ ਦਾ ਨਿਰਮਾਣ ਕਰਵਾਇਆ ਹੈ। ਮੈਨੂੰ ਤੁਸੀਂ ਐਸਾ ਆਸ਼ੀਰਵਾਦ ਦਿਓ ਜੋ ਮੇਰੀ ਫੈਕਟਰੀ ਜਲਦੀ ਚੱਲਣ ਲੱਗੇ ਅਤੇ ਮੈਂ ਬਹੁਤ ਪੈਸਾ ਕਮਾਉਣ ਲੱਗ ਜਾਵਾਂ। ਸੇਠ ਆਪਣੀ ਸਾਰੀ ਗੱਲ ਕਹਿਣ ਤੋਂ ਬਾਅਦ ਮੱਥਾ ਟੇਕਣ ਲਈ ਝੁਕਿਆ ਤਾਂ ਉਸ ਦੀ ਜੇਬ ਦੇ ਵਿੱਚੋਂ ਪੈਸਿਆਂ ਦੇ ਨਾਲ ਭਰਿਆ ਹੋਇਆ ਬਟੂਆ ਬਾਹਰ ਜ਼ਮੀਨ ਦੇ ਉੱਤੇ ਡਿੱਗ ਗਿਆ। ਉਸ ਨੂੰ ਆਪਣਾ ਬਟੂਆ ਦਿਖਾਈ ਨਾ ਦਿੱਤਾ ਅਤੇ ਉੱਥੋਂ ਉੱਠ ਕੇ ਚਲਾ ਗਿਆ। ਉਸ ਮੂਰਤੀ ਦੇ ਵਿੱਚ ਬੈਠੇ ਭਗਤ ਨੇ ਸਭ ਕੁਝ ਦੇਖਿਆ। ਉਸਨੇ ਦੇਖਿਆ ਕਿ ਸੇਠ ਦਾ ਬਟੂਆ ਉੱਥੇ ਹੀ ਰਹਿ ਗਿਆ ਸੀ। ਇੱਕ ਵਾਰ ਉਸ ਦੇ ਮਨ ਦੇ ਵਿੱਚ ਆਇਆ ਕਿ ਉਹ ਸੇਠ ਨੂੰ ਬੁਲਾ ਕੇ ਉਸ ਬਾਰੇ ਦੱਸੇ, ਪਰ ਭਗਵਾਨ ਦੀ ਸ਼ਰਤ ਯਾਦ ਆ ਗਈ। ਭਗਵਾਨ ਨੇ ਕਿਹਾ ਸੀ ਕਿ ਚਾਹੇ ਚੰਗਾ ਹੋ ਜਾਵੇ ਜਾਂ ਬੁਰਾ ਹੋ ਜਾਵੇ, ਤੂੰ ਕਿਸੇ ਨੂੰ ਕੁਝ ਵੀ ਕਹਿਣ ਲਈ ਨਹੀਂ ਜਾਣਾ, ਤੂੰ ਸਿਰਫ ਦੇਖਦਾ ਰਹੇਂਗਾ। ਇਸ ਗੱਲ ਨੂੰ ਸੋਚ ਕੇ ਉਸ ਮੂਰਤੀ ਦੇ ਵਿੱਚ ਬੈਠਾ ਭਗਤ ਚੁੱਪਚਾਪ ਵੇਖਦਾ ਰਿਹਾ। ਤਾਂ ਉਸੇ ਸਮੇਂ ਮੰਦਰ ਦੇ ਵਿੱਚ ਇੱਕ ਗਰੀਬ ਆਦਮੀ ਆਇਆ। ਉਹ ਆਦਮੀ ਭਗਵਾਨ ਦੀ ਮੂਰਤੀ ਦੇ ਸਾਹਮਣੇ ਖੜਾ ਹੋ ਕੇ ਕਹਿੰਦਾ ਹੈ, ਹੇ ਭਗਵਾਨ, ਮੈਂ ਬਹੁਤ ਗਰੀਬ ਆਦਮੀ ਹਾਂ। ਪਰਿਵਾਰ ਦਾ ਪੇਟ ਪਾਲਣਾ ਵੀ ਬੜਾ ਮੁਸ਼ਕਿਲ ਹੋ ਰਿਹਾ ਹੈ। ਘਰ ਵਿੱਚ ਮੇਰੀ ਬਿਮਾਰ ਬੀਵੀ ਹੈ, ਉਸ ਦੇ ਇਲਾਜ ਦੇ ਲਈ ਪੈਸੇ ਵੀ ਨਹੀਂ ਹਨ। ਕੁਝ ਸਮਝ ਨਹੀਂ ਆ ਰਿਹਾ ਕਿ ਅੱਗੇ ਦਾ ਜੀਵਨ ਕਿਵੇਂ ਚੱਲੇਗਾ।
हे ਭਗਵਾਨ ਮੇਰੀ ਮਦਦ ਕਰੋ ਜਿਸ ਨਾਲ ਮੇਰੀਆਂ ਜ਼ਰੂਰਤਾਂ ਪੂਰੀਆਂ ਹੋ ਜਾਣ। ਇੰਨਾ ਕਹਿ ਕੇ ਉਹ ਉੱਥੋਂ ਜਾਣ ਲੱਗਾ ਤਾਂ ਉਸ ਦੀ ਨਜ਼ਰ ਪੈਸਿਆਂ ਦੇ ਭਰੇ ਹੋਏ ਬਟੂਏ ਦੇ ਉੱਤੇ ਪਈ। ਉਸਨੇ ਜਲਦੀ ਨਾਲ ਉਹ ਬਟੂਆ ਚੁੱਕ ਲਿਆ। ਉਸ ਦੇ ਵਿੱਚ ਬਹੁਤ ਸਾਰੇ ਪੈਸੇ ਦੇਖ ਕੇ ਉਹ ਬਹੁਤ ਖੁਸ਼ ਹੋਇਆ। ਭਗਵਾਨ ਨੂੰ ਧੰਨਵਾਦ ਦੇਣ ਲੱਗਾ ਕਿ हे ਭਗਵਾਨ ਤੁਸੀਂ ਬਹੁਤ ਮਹਾਨ ਹੋ। ਆਪ ਜੀ ਨੇ ਮੇਰੀ ਪ੍ਰਾਰਥਨਾ ਇੰਨੀ ਜਲਦੀ ਸੁਣ ਲਈ ਅਤੇ ਮੇਰੀ ਪਰੇਸ਼ਾਨੀ ਦਾ ਹੱਲ ਕਰ ਦਿੱਤਾ। ਭਗਵਾਨ ਦਾ ਧੰਨਵਾਦ ਕਰਕੇ ਉਹ ਉੱਥੋਂ ਜਾਣ ਲੱਗਾ ਤਾਂ ਭਗਵਾਨ ਦੀ ਮੂਰਤੀ ਦੇ ਵਿੱਚ ਬੈਠਾ ਹੋਇਆ ਭਗਤ ਦੇਖ ਕੇ ਸੋਚਣ ਲੱਗਾ ਕਿ ਇਹ ਪੈਸਿਆਂ ਦਾ ਭਰਿਆ ਹੋਇਆ ਬਟੂਆ ਤਾਂ ਉਸ ਸੇਠ ਦਾ ਹੈ ਅਤੇ ਇਹ ਗਰੀਬ ਆਦਮੀ ਇਸ ਨੂੰ ਉਠਾ ਕੇ ਲੈ ਕੇ ਜਾ ਰਿਹਾ ਹੈ। ਇਹ ਦੇਖ ਕੇ ਉਹ ਉਸ ਨੂੰ ਆਵਾਜ਼ ਲਗਾਉਣ ਲੱਗਾ, ਪਰ ਫਿਰ ਉਸ ਨੂੰ ਭਗਵਾਨ ਦੀ ਦਿੱਤੀ ਹੋਈ ਸ਼ਰਤ ਯਾਦ ਆ ਗਈ ਕਿ ਉਸਨੇ ਚੁੱਪ ਰਹਿਣਾ ਹੈ। ਗਰੀਬ ਆਦਮੀ ਦੇ ਜਾਣ ਤੋਂ ਬਾਅਦ ਮੰਦਰ ਦੇ ਵਿੱਚ ਇੱਕ ਵਿਅਕਤੀ ਹੋਰ ਆਉਂਦਾ ਹੈ। ਉਹ ਤੀਜਾ ਵਿਅਕਤੀ ਸੈਨਿਕ ਸੀ, ਜਿਹੜਾ ਕਿ 1 ਮਹੀਨੇ ਦੇ ਲਈ ਯੁੱਧ 'ਤੇ ਜਾ ਰਿਹਾ ਸੀ। ਉਹ ਮੰਦਰ ਵਿੱਚ ਭਗਵਾਨ ਅੱਗੇ ਪ੍ਰਾਰਥਨਾ ਕਰਨ ਲਈ ਆਇਆ ਸੀ ਕਿ ਉਸ ਦੀ ਯਾਤਰਾ ਸੁਖਮਈ ਹੋਵੇ। ਉਹ ਸੈਨਿਕ ਹਜੇ ਪ੍ਰਾਰਥਨਾ ਕਰ ਹੀ ਰਿਹਾ ਸੀ ਕਿ ਉੱਥੇ ਵਪਾਰੀ ਪੁਲਿਸ ਦੇ ਨਾਲ ਵਾਪਸ ਆਉਂਦਾ ਹੈ, ਜਿਸ ਦਾ ਕਿ ਬਟੂਆ ਮੰਦਰ ਦੇ ਵਿੱਚ ਡਿੱਗ ਗਿਆ ਸੀ। ਸੇਠ ਪੁਲਿਸ ਨੂੰ ਕਹਿ ਕੇ ਉਸ ਸੈਨਿਕ ਨੂੰ ਫੜਵਾ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਮੇਰੇ ਬਾਅਦ ਮੰਦਰ ਵਿੱਚ ਇਹੋ ਇਨਸਾਨ ਆਇਆ ਹੈ, ਇਸਨੇ ਹੀ ਮੇਰਾ ਬਟੂਆ ਚੋਰੀ ਕੀਤਾ ਹੈ। ਪੁਲਿਸ ਵਾਲਿਆਂ ਨੇ ਉਸ ਸੈਨਿਕ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵਾਲੇ ਜਦੋਂ ਉਸ ਸੈਨਿਕ ਨੂੰ ਫੜ ਕੇ ਲੈ ਕੇ ਜਾ ਰਹੇ ਸਨ ਤਾਂ ਭਗਵਾਨ ਬਣੇ ਭਗਤ ਨੂੰ ਇਹ ਗੱਲ ਚੰਗੀ ਨਾ ਲੱਗੀ, ਕਿਉਂਕਿ ਉਹ ਸੈਨਿਕ ਪੂਰੀ ਤਰ੍ਹਾਂ ਨਿਰਦੋਸ਼ ਸੀ। ਸੇਠ ਦਾ ਬਟੂਆ ਤਾਂ ਗਰੀਬ ਆਦਮੀ ਲੈ ਕੇ ਗਿਆ ਸੀ। ਭਗਵਾਨ ਬਣੇ ਭਗਤ ਨੇ ਆਪਣੇ ਸਾਹਮਣੇ ਹੁੰਦੇ ਅਨਿਆਏ ਨੂੰ ਵੇਖ ਕੇ ਭੁੱਲ ਗਿਆ ਕਿ ਉਹ ਭਗਵਾਨ ਬਣਿਆ ਹੋਇਆ ਹੈ। ਉਸ ਕੋਲੋਂ ਰੁਕਿਆ ਨਾ ਗਿਆ ਅਤੇ ਉਸ ਨੇ ਸੇਠ ਨੂੰ ਬੋਲਿਆ, ਸੇਠ ਤੁਹਾਡਾ ਬਟੂਆ ਇਸਨੇ ਨਹੀਂ ਚੁਰਾਇਆ, ਬਲਕਿ ਇਸ ਤੋਂ ਪਹਿਲਾਂ ਮੰਦਰ ਵਿੱਚ ਆਏ ਹੋਏ ਗਰੀਬ ਆਦਮੀ ਨੇ ਉਸ ਨੂੰ ਲੈ ਲਿਆ ਹੈ। ਮੈਂ ਭਗਵਾਨ ਹਾਂ ਅਤੇ ਇਹ ਸਭ ਮੇਰੀਆਂ ਅੱਖਾਂ ਨਾਲ ਦੇਖਿਆ ਹੈ। ਹੁਣ ਪੁਲਿਸ ਵਾਲੇ ਭਗਵਾਨ ਦੀ ਗੱਲ ਕਿਉਂ ਨਾ ਮੰਨਦੇ? ਉਹਨਾਂ ਨੇ ਉਸ ਸੈਨਿਕ ਨੂੰ ਛੱਡ ਦਿੱਤਾ ਅਤੇ ਉਸ ਗਰੀਬ ਆਦਮੀ ਨੂੰ ਫੜ ਲਿਆ। ਉਸ ਦੇ ਹੱਥੋਂ ਸੇਠ ਦਾ ਬਟੂਆ ਵੀ ਬਰਾਮਦ ਕਰ ਲਿਆ। ਉਹ ਗਰੀਬ ਆਦਮੀ ਬਹੁਤ ਨਿਰਾਸ਼ ਹੋਇਆ। ਜਦੋਂ ਇੱਕ ਦਿਨ ਪੂਰਾ ਹੋਣ ਤੋਂ ਬਾਅਦ ਭਗਵਾਨ ਮੰਦਰ ਵਿੱਚ ਵਾਪਸ ਆਏ ਤਾਂ ਉਸ ਭਗਤ ਨੇ ਪੂਰੇ ਦਿਨ ਵਿੱਚ ਜੋ ਕੁਝ ਵੀ ਹੋਇਆ ਸੀ ਉਸ ਨੂੰ ਭਗਵਾਨ ਨੂੰ ਦੱਸਿਆ ਅਤੇ ਕਿਹਾ ਕਿ ਭਗਵਾਨ ਅੱਜ ਮੈਂ ਇੱਕ ਸੈਨਿਕ ਦੇ ਨਾਲ ਹੁੰਦੇ ਅਨਿਆਏ ਨੂੰ ਰੋਕਿਆ ਹੈ। ਦੇਖੋ ਮੈਂ ਇੱਕ ਦਿਨ ਵਿੱਚ ਕਿੰਨਾ ਚੰਗਾ ਕੰਮ ਕਰ ਦਿੱਤਾ ਹੈ। ਭਗਤ ਦੀ ਗੱਲ ਸੁਣ ਕੇ ਭਗਵਾਨ ਨੇ ਕਿਹਾ, ਤੁਸੀਂ ਨਿਆਂ ਨਹੀਂ ਬਲਕਿ ਬਹੁਤ ਵੱਡਾ ਅਨਿਆਂ ਕੀਤਾ ਹੈ। ਤੁਸੀਂ ਉਸ ਗਰੀਬ ਆਦਮੀ ਨੂੰ ਪਕੜ ਕੇ ਉਸ ਦੇ ਪਰਿਵਾਰ ਦੇ ਮੁੱਖ ਦਾ ਨਿਵਾਲਾ ਹਰਾਮ ਕਰ ਦਿੱਤਾ ਹੈ। ਉਸ ਦੀ ਬਿਮਾਰ ਪਤਨੀ ਦਾ ਇਲਾਜ ਹੋਣ ਤੋਂ ਰੋਕਿਆ ਹੈ। ਤੁਸੀਂ ਬਹੁਤ ਵੱਡਾ ਅਨਿਆਂ ਕੀਤਾ ਹੈ। ਉਹ ਸੇਠ ਬਹੁਤ ਵੱਡਾ ਆਦਮੀ ਸੀ। ਉਸਨੇ ਬੁਰੇ ਕਰਮ ਕਰਕੇ ਅਰਬਾਂ ਦੀ ਦੌਲਤ ਇਕੱਠੀ ਕੀਤੀ ਸੀ। ਉਸਨੇ ਗਰੀਬਾਂ ਦੇ ਉੱਪਰ ਜ਼ੁਲਮ ਕੀਤਾ ਅਤੇ ਪੈਸਿਆਂ ਨੂੰ ਇਕੱਠਾ ਕੀਤਾ ਸੀ। ਜੇ ਉਸ ਦਾ ਬਟੂਆ ਛੁੱਟ ਜਾਂਦਾ ਤਾਂ ਕੀ ਹੋ ਜਾਂਦਾ? ਘੱਟ ਤੋਂ ਘੱਟ ਕਿਸੇ ਗਰੀਬ ਦਾ ਭਲਾ ਹੋ ਜਾਂਦਾ ਅਤੇ ਉਸ ਦਾ ਪੈਸਾ ਕਿਸੇ ਚੰਗੇ ਕੰਮ ਦੇ ਵਿੱਚ ਲੱਗ ਜਾਂਦਾ। ਅਤੇ ਤੁਸੀਂ ਉਸ ਸੈਨਿਕ ਨੂੰ ਬਚਾ ਕੇ ਬਹੁਤ ਵੱਡਾ ਅਨਿਆਂ ਕੀਤਾ ਹੈ। ਉਹ ਸੈਨਿਕ ਆਪਣੇ ਰਾਜ ਦੇ ਨਾਲ ਯੁੱਧ ਵਿੱਚ ਜਾ ਕੇ ਇੱਕ ਕਮਜ਼ੋਰ ਦੇਸ਼ ਦੇ ਰਾਜ 'ਤੇ ਕਬਜ਼ਾ ਕਰਨ ਵਾਲਾ ਸੀ।
ਕੀ ਤੁਸੀਂ ਜਾਣਦੇ ਹੋ ਕਿ ਉਸ ਯੁੱਧ ਵਿੱਚ ਕਿੰਨੇ ਨਿਰਦੋਸ਼ ਮਾਰੇ ਜਾਣਗੇ? ਤੁਸੀਂ ਉਸ ਨੂੰ ਪਕੜ ਕੇ ਬਹੁਤ ਵੱਡਾ ਅਨਿਆਂ ਕੀਤਾ ਹੈ। ਭਗਤ ਨੂੰ ਭਗਵਾਨ ਦੀ ਗੱਲ ਸੁਣ ਕੇ ਵੱਡਾ ਪਛਤਾਪ ਹੋਇਆ। ਉਸਨੇ ਕਿਹਾ, ਭਗਵਾਨ, ਮੈਂ ਤਾਂ ਉਹੀ ਦੇਖ ਰਿਹਾ ਸੀ ਜੋ ਮੇਰੇ ਸਾਹਮਣੇ ਹੋ ਰਿਹਾ ਸੀ। ਉਸ ਦੇ ਪਿੱਛੇ ਦੀ ਸੱਚਾਈ ਕੁਝ ਹੋਰ ਹੋਵੇਗੀ ਜਿਹੜੀ ਮੈਂ ਨਹੀਂ ਦੇਖ ਪਾ ਰਿਹਾ ਸੀ। ਭਗਤ ਨੇ ਕਿਹਾ, ਭਗਵਾਨ, ਤੁਸੀਂ ਹੀ ਇਸ ਦੁਨੀਆ ਨੂੰ ਚਲਾ ਸਕਦੇ ਹੋ ਕਿਉਂਕਿ ਤੁਸੀਂ ਜੀਵਨ ਦੇ ਹਰ ਪਹਿਲੂ ਨੂੰ ਦੇਖ ਸਕਦੇ ਹੋ ਅਤੇ ਉਸੇ ਅਨੁਸਾਰ ਕੰਮ ਕਰਦੇ ਹੋ। ਤੁਸੀਂ ਜੋ ਕੁਝ ਵੀ ਕਰਦੇ ਹੋ ਉਹ ਵਧੀਆ ਕਰਦੇ ਹੋ। ਗਲਤ ਤਾਂ ਅਸੀਂ ਲੋਕ ਹਾਂ ਜਿਹੜੇ ਜੀਵਨ ਦੀ ਵਾਸਤਵਿਕਤਾ ਨੂੰ ਨਹੀਂ ਸਮਝ ਸਕਦੇ ਅਤੇ ਉਸ ਤੋਂ ਪਹਿਲਾਂ ਹੀ ਉਸ ਨੂੰ ਬੁਰਾ ਭਲਾ ਕਹਿਣ ਲੱਗਦੇ ਹਾਂ। ਜਦੋਂ ਸਾਡੇ ਨਾਲ ਕੁਝ ਗਲਤ ਹੋ ਰਿਹਾ ਹੈ ਜਾਂ ਸਾਡੇ ਹਿਸਾਬ ਨਾਲ ਨਹੀਂ ਹੋ ਰਿਹਾ ਹੁੰਦਾ, ਉਸ ਵੇਲੇ ਅਸੀਂ ਆਪਣਾ ਹੌਸਲਾ ਛੱਡ ਕੇ ਆਪ ਨੂੰ ਦੋਸ਼ ਦਿੰਦੇ ਹਾਂ। ਅਸੀਂ ਨਹੀਂ ਸਮਝਦੇ ਕਿ ਅਸੀਂ ਸਮਝ ਨਹੀਂ ਪਾਉਂਦੇ ਕਿ ਸਾਡੇ ਨਾਲ ਹੀ ਹੋ ਰਹੇ ਗਲਤ ਕੰਮ ਵਿੱਚ ਵੀ ਭਗਵਾਨ ਦੀ ਕੋਈ ਨਾ ਕੋਈ ਯੋਜਨਾ ਲੁਕੀ ਹੁੰਦੀ ਹੈ ਜੋ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਵਧੀਆ ਹੋਵੇਗੀ। ਸਾਧ ਸੰਗਤ ਜੀ, ਭਗਵਾਨ ਕਦੇ ਵੀ ਕਿਸੇ ਦੇ ਨਾਲ ਭੇਦਭਾਵ ਨਹੀਂ ਕਰਦੇ। ਜੋ ਕੁਝ ਵੀ ਇਸ ਦੁਨੀਆ ਦੇ ਵਿੱਚ ਸਾਨੂੰ ਮਿਲਦਾ ਹੈ ਜਾਂ ਸਾਡੇ ਨਾਲ ਹੁੰਦਾ ਹੈ, ਉਹ ਸਾਡੇ ਕਰਮਾਂ ਦੇ ਹਿਸਾਬ ਨਾਲ ਹੀ ਹੁੰਦਾ ਹੈ। ਇਸ ਲਈ ਜੋ ਕੁਝ ਸਾਡੇ ਨਾਲ ਅੱਜ ਹੋ ਰਿਹਾ ਹੈ, ਉਸ ਨੂੰ ਸਾਡੇ ਦੁਆਰਾ ਮਨਜ਼ੂਰ ਕਰਨਾ ਚਾਹੀਦਾ ਹੈ। ਸਾਧ ਸੰਗਤ ਜੀ, ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਕਿਰਪਾ ਕਰਕੇ ਲਾਈਕ, ਕਮੈਂਟ ਅਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ। ਤੁਹਾਡੇ ਪਿਆਰ ਅਤੇ ਸਨਮਾਨ ਦੇ ਲਈ ਧੰਨਵਾਦ।